ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਤ ਸੰਗਤ ਜੀਓ, ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਾਰੇ ਹੀ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਜੀਵਨ ਸਵਾਸਾਂ ਨੂੰ ਸਫਲ ਬਣਾਉਣ ਦੇ ਯਤਨ ਉਪਰਾਲੇ ਕਰ ਰਹੇ ਹਾਂ। ਸੋ ਆਪ ਜੀ ਨੇ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ, ਜਿਸ ਦੀ ਬਾਬਤ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੇ ਅੰਦਰ ਜ਼ਿਕਰ ਆਉਂਦਾ ਹੈ। ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਸੋ ਦਰ ਦਾ ਪਾਠ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਤੋਂ ਪ੍ਰਾਰੰਭ ਹੋਇਆ ਹੈ।
ਉਸ ਤੋਂ ਉਪਰੰਤ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਗੁਰਬਾਣੀ ਦਾ ਹਰ ਜਸ ਕੀਰਤਨ ਆਪਾਂ ਸਰਵਣ ਕੀਤਾ ਹੈ। ਸੋ ਆਓ ਕੁਝ ਸਮੇਂ ਵਾਸਤੇ, ਕੁਝ ਮਿੰਟਾਂ ਵਾਸਤੇ ਆਪਾਂ ਪਾਵਨ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਦੇ ਨਾਲ ਜੁੜਨ ਦੇ ਯਤਨ ਕਰੀਏ। ਆਪ ਜੀ ਹੁਣੇ ਸ਼ਬਦ ਸਰਵਣ ਕਰ ਰਹੇ ਸੀ। ਬਿਲਾਵਲ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ, ਜਿਸ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਪਾਸ ਕੋਈ ਬਾਣ ਪ੍ਰਸਤੀ ਜਗਿਆਸੂ ਆਪਣੀ ਜਗਿਆਸਾ ਨੂੰ ਲੈ ਕੇ ਆਉਂਦਾ ਹੈ ਤੇ ਉਹ ਆਪਣੇ ਅੰਦਰ ਦੀ ਅਵਸਥਾ ਨੂੰ ਬਿਆਨ ਕਰਦਾ ਹੈ, ਔਰ ਭਗਤ ਜੀ ਉਸ ਨੂੰ ਉਹਦੇ ਜਵਾਬ ਦੇ ਵਿੱਚ ਬਚਨ ਉਚਾਰਨ ਕਰਦੇ ਹਨ। ਕਿਉਂਕਿ ਸਨਾਤਨ ਮਤ ਦੇ ਅਨੁਸਾਰ 4 ਆਸ਼ਰਮ ਮੰਨੇ ਹਨ, ਜਿਨ੍ਹਾਂ ਦੇ ਵਿੱਚ ਪਹਿਲੇ ਨੰਬਰ ਤੇ ਬ੍ਰਹਮਚਰਜ ਆਉਂਦਾ ਹੈ, ਦੂਸਰੇ ਨੰਬਰ ਤੇ ਗ੍ਰਸਥ ਆਸ਼ਰਮ ਆਉਂਦਾ ਹੈ, ਇਸੇ ਪ੍ਰਕਾਰ ਤੀਸਰੇ ਨੰਬਰ ਤੇ ਬਾਣਪ੍ਰਸਥ ਆਸ਼ਰਮ ਹੈ ਤੇ ਚੌਥਾ ਹੈ ਸੰਨਿਆਸੀ ਆਸ਼ਰਮ। ਸੋ ਬਾਣਪ੍ਰਸਤੀ ਜਿਹੜਾ ਮਹਾਤਮਾ ਸੀ, ਸਾਧੂ ਸੀ, ਉਸ ਨੇ ਭਗਤ ਕਬੀਰ ਸਾਹਿਬ ਜੀ ਦੇ ਪਾਸ ਬਚਨ ਕੀਤੇ, 2 ਸਵਾਲ ਕੀਤੇ। ਕਹਿਣ ਲੱਗਿਆ ਜੀ, ਕਿਉਂ ਛੂਟੋਂ ਕੈਸੇ ਤਰੋਂ, ਭਵਜਲ ਨਿਧ ਭਾਰੀ। ਕਹਿਣ ਲੱਗੇ ਜੀ ਕਿ ਸੰਸਾਰ ਜਿਹੜਾ ਹੈ ਇਹ ਭਵਜਲ ਹੈ। ਭਵਜਲ ਤੋਂ ਭਾਵ ਹੈ ਸਮੁੰਦਰ ਦਾ। ਇੱਕ ਤੇ ਇਹ ਨਹੀਂ ਤਰਿਆ ਜਾਂਦਾ, ਤੇ ਦੂਸਰਾ ਜਿਹੜੀ ਮਾਇਆ ਹੈ ਉਹ ਛੁੱਟਦੀ ਨਹੀਂ। ਮਨ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੁੰਦਾ। ਮਨ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਇਆ ਦਾ ਪ੍ਰਭਾਵ ਪਿਆ ਰਹਿੰਦਾ ਹੈ। ਇਸ ਕਰਕੇ ਤੁਸੀਂ ਕਿਰਪਾ ਕਰਕੇ ਇਸ ਦਾ ਹੱਲ ਦੱਸੋ, ਕੋਈ ਢੰਗ ਦੱਸੋ, ਜਿਹਦੇ ਕਰਕੇ ਮਨ ਜਿਹੜਾ ਹੈ ਉਹ ਇਸ ਮਾਇਆ ਦੇ ਪ੍ਰਭਾਵ ਤੋਂ ਛੁੱਟ ਵੀ ਸਕੇ ਤੇ ਸੰਸਾਰ ਜਿਹੜਾ ਹੈ, ਜਿਸ ਨੂੰ ਸਮੁੰਦਰ ਦੱਸਿਆ, ਇਹਨੂੰ ਤਰ ਵੀ ਸਕੀ। ਤੇ ਭਗਤ ਕਬੀਰ ਸਾਹਿਬ ਜੀ ਨੇ ਨਾਲ ਹੀ ਹੱਲ ਦੱਸ ਦਿੱਤਾ। ਭਗਤ ਕਬੀਰ ਸਾਹਿਬ ਜੀ ਦਾ ਬਚਨ, ਰਾਖ ਰਾਖ ਮੇਰੇ ਬੀਠਲਾ, ਜਨ ਸਰਨ ਤੁਮਾਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਰਮੇਸ਼ਰ ਦੇ ਅੱਗੇ, ਪ੍ਰਮਾਤਮਾ ਵਾਹਿਗੁਰੂ ਦੇ ਸਨਮੁਖ ਏਦਾਂ ਬੇਨਤੀ ਕਰ, ਅਰਦਾਸ ਕਰ ਕਿ ਹੇ ਪਰਮੇਸ਼ਰ ਵਾਹਿਗੁਰੂ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਹਾਂ ਤੇ ਮੇਰੀ ਆਪ ਜੀ ਰੱਖਿਆ ਕਰੋ। ਜਦੋਂ ਏਦਾਂ ਅਰਦਾਸ ਕਰੇਗਾ ਸਨਮੁਖ ਪਰਮੇਸ਼ਰ ਨੂੰ ਜਾਣ ਕੇ, ਤੇ ਉਸ ਸਮੇਂ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਅਰਦਾਸਾਂ ਬੇਨਤੀਆਂ ਕਰਦਿਆਂ ਹੋਇਆਂ ਹੀ ਇਹ ਸੰਸਾਰ ਜਿਹੜਾ ਹੈ ਤਰਿਆ ਜਾ ਸਕਦਾ ਹੈ। ਮਾਇਆ ਜਿਹੜੀ ਹੈ ਇਹਦੇ ਪ੍ਰਭਾਵ ਤੋਂ ਮਨ ਜਿਹੜਾ ਉਹ ਮੁਕਤ ਹੋ ਸਕਦਾ ਹੈ। ਇਸ ਕਰਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਸਾਨੂੰ ਸੁੰਦਰ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ। ਸੰਸਾਰ ਜਿਹੜਾ ਹੈ ਉਹ ਸਮੁੰਦਰ ਕਿਵੇਂ ਹੈ? ਜਦੋਂ ਆਪਾਂ ਸਮੁੰਦਰ ਨੂੰ ਦੇਖਦੇ ਹਾਂ ਤੇ ਉਹਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਹਨ। ਇੱਕ ਤੇ ਸਮੁੰਦਰ ਦਾ ਪਾਣੀ ਹੈ, ਦੂਸਰਾ ਸਮੁੰਦਰ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਹਨ, ਤੀਸਰਾ ਸਮੁੰਦਰ ਦੇ ਵਿੱਚ ਘੁੰਮਣ ਘੇਰੀਆਂ ਪੈਂਦੀਆਂ ਹਨ, ਚੌਥਾ ਸਮੁੰਦਰ ਦੇ ਵਿੱਚ ਲਹਿਰਾਂ ਹੁੰਦੀਆਂ ਹਨ, ਤੇ ਸੰਸਾਰ ਸਮੁੰਦਰ ਹੈ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ।
ਇਹ ਸੰਸਾਰ ਕਿਸ ਤਰ੍ਹਾਂ ਸਮੁੰਦਰ ਰੂਪ ਹੈ। ਧਾਰਮਿਕ ਗ੍ਰੰਥਾਂ ਦੇ ਅੰਦਰ ਇਹ ਬਚਨ ਆਉਂਦੇ ਹਨ, ਜਗ ਸਮੁੰਦਰ ਆਸ਼ਕਤ ਜਲ, ਕਾਮ ਆਦਿਕ ਬਹੁ ਜੰਤ, ਭਰਮ ਭਵਰ ਤਾਮੈ ਫਿਰੈ, ਦੁਖ ਸੁਖ ਲਹਿਰ ਅਨੰਤ। ਉਹ ਮਹਾਤਮਾ ਆਪਣੇ ਗ੍ਰੰਥ ਦੇ ਅੰਦਰ ਇਹ ਬਚਨ ਕਰਦੇ ਹਨ ਕਿ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਹੈ, ਉਸੇ ਪ੍ਰਕਾਰ ਜਗ ਸਮੁੰਦਰ ਆਸ਼ਕਤ ਜਲ। ਆਸ਼ਕਤ ਤੋਂ ਭਾਵ ਹੈ ਕਿ ਕਿਸੇ ਦੇ ਨਾਲ ਵੱਜ ਜਾਣਾ, ਪ੍ਰਭਾਵ ਪੈ ਜਾਣਾ, ਕਿ ਜਿਹੜਾ ਮੋਹ ਹੈ ਉਹ ਇਸ ਸੰਸਾਰ ਦੇ ਨਾਲ, ਪਦਾਰਥਾਂ ਦੇ ਨਾਲ, ਸਰੀਰਕ ਸੁੱਖਾਂ ਦੇ ਨਾਲ ਇੱਥੋਂ ਤੱਕ ਪੈ ਗਿਆ ਕਿ ਇਹਦੇ ਤੋਂ ਬਿਨਾ ਮਨ ਜਿਹੜਾ ਉਹ ਕਾਲਾ ਪੈ ਜਾਂਦਾ। ਇਹ ਜਲ ਹੈ, ਇਹ ਸੰਸਾਰ ਸਮੁੰਦਰ ਦੇ ਵਿੱਚ ਮੋਹ ਰੂਪੀ। ਇਸੇ ਪ੍ਰਕਾਰ ਜਗ ਸਮੁੰਦਰ ਆਸ਼ਕਤ ਜਲ, ਕਾਮ ਆਦਿਕ ਬਹੁ ਜੰਤ। ਜਿਵੇਂ ਸਮੁੰਦਰ ਦੇ ਵਿੱਚ ਵੱਡੇ ਵੱਡੇ ਮਗਰਮੱਛ ਹੁੰਦੇ ਐ, ਉਸੇ ਪ੍ਰਕਾਰ ਹੀ ਇਹ ਸੰਸਾਰ ਦੇ ਅੰਦਰ ਕਾਮ ਆਦਿਕ, ਕਾਮ ਤੋਂ ਆਦ ਬਾਕੀ ਜਿਹੜੇ ਚਾਰ ਹਨ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵੱਡੇ ਮਗਰਮੱਛ ਹਨ। ਕਿਤੇ ਤੇ ਮਨ ਜਿਹੜਾ ਉਹ ਕਾਮ ਅਧੀਨ ਹੋਇਆ ਰਹਿੰਦਾ, ਉਹਦੇ ਫੁਰਨੇ ਮਨ ਨੂੰ ਗੰਧਲਾ ਕਰਦੇ। ਕਦੇ ਮਨ ਦੇ ਉੱਤੇ ਕ੍ਰੋਧ ਹਾਵੀ ਹੋ ਜਾਂਦਾ ਹੈ, ਕਦੇ ਲੋਭ ਹਾਵੀ ਹੋ ਜਾਂਦਾ ਹੈ। ਇਹ ਜਿਹੜੇ ਪੰਜ ਹਨ, ਇਹ ਵੱਡੇ ਸੰਸਾਰ ਸਮੁੰਦਰ ਦੇ ਵਿੱਚ ਜੀਵ ਜੰਤੂ ਹਨ। ਇਸੇ ਪ੍ਰਕਾਰ ਭਰਮ ਭਵਰ ਤਾਮੈ ਫਿਰੈ। ਸਮੁੰਦਰ ਦੇ ਵਿੱਚ ਜਦੋਂ ਘੁੰਮਣ ਘੇਰੀ ਪੈਂਦੀ ਹੈ ਤੇ ਦੱਸਦੇ ਆ ਵੀ ਉਸ ਘੁੰਮਣ ਘੇਰੀ ਦਾ ਇੰਨਾ ਪ੍ਰਭਾਵ ਹੁੰਦਾ ਕਿ ਵੱਡੇ ਵੱਡੇ ਜਹਾਜ਼ ਵੀ ਉਹ ਗਰਕ ਕਰ ਦਿੰਦੀ ਹੈ। ਤੇ ਸੰਸਾਰ ਦੇ ਵਿੱਚ ਘੁੰਮਣ ਘੇਰੀ ਕੀ ਪੈਂਦੀ ਹੈ? ਭਰਮ ਦੀ। ਭਰਮ ਭਵਰ ਤਾਮੈ ਫਿਰੈ। ਜਿਹੜਾ ਭਰਮ ਹੈ ਇਹ ਘੁੰਮਣ ਘੇਰੀ ਹੈ, ਇਹਦੇ ਵਿੱਚ ਹੀ ਅਸੀਂ ਤੁਰੇ ਫਿਰਦੇ ਹਾਂ। ਜਦੋਂ ਭਰਮ ਦੇ ਅਧੀਨ ਹੋ ਜਾਂਦੇ ਆ, ਧਾਰਮਿਕ ਗ੍ਰੰਥਾਂ ਦੇ ਅੰਦਰ ਵਿਦਵਾਨਾਂ ਨੇ ਭਰਮ ਵੀ 5 ਪ੍ਰਕਾਰ ਦਾ ਦੱਸਿਆ। ਸੋ ਇਸ ਕਰਕੇ ਸੀਮਿਤ ਸਮੇਂ ਦੇ ਵਿੱਚ ਹੀ ਆਪਾਂ ਇਹ ਵਿਚਾਰ ਕਰ ਦੇਣੀ ਹੈ ਕਿ ਭਰਮ ਭਵਰ ਤਾਮੈ ਫਿਰੈ, ਦੁੱਖ ਸੁਖ ਲਹਿਰ ਅਨੰਤ। ਲਹਿਰਾਂ ਉੱਠਦੀਆਂ ਹਨ ਸਮੁੰਦਰ ਦੇ ਵਿੱਚ। ਇਸੇ ਪ੍ਰਕਾਰ ਹੀ ਸੰਸਾਰ ਦੇ ਅੰਦਰ ਦੁੱਖ ਤੇ ਸੁਖ ਦੀਆਂ ਲਹਿਰਾਂ ਹਨ। ਕਦੇ ਤੇ ਦੁੱਖ ਆ ਜਾਂਦਾ ਹੈ ਤੇ ਅਸੀਂ ਉਦਾਸ ਹੋ ਜਾਂਦੇ ਹਾਂ, ਮਨ ਜਿਹੜਾ ਉਹਦੇ ਤੇ ਗਮੀ ਛਾ ਜਾਂਦੀ ਹੈ, ਚਿਹਰੇ ਤੇ ਉਦਾਸੀ ਆ ਜਾਂਦੀ ਹੈ, ਚਿਹਰੇ ਤੇ ਹਾਵ ਭਾਵ ਦੱਸ ਦਿੰਦੇ ਆ ਕਿ ਇਹਨੂੰ ਕੋਈ ਦੁੱਖ ਹੈ। ਇਸੇ ਪ੍ਰਕਾਰ ਹੀ ਜਦੋਂ ਸੁੱਖ ਆਉਂਦਾ ਹੈ ਤੇ ਚਿਹਰੇ ਦੀ ਜਿਹੜੇ ਹਾਵ ਭਾਵ ਬਦਲ ਜਾਂਦੇ, ਮਨ ਦੇ ਉੱਤੇ ਪ੍ਰਭਾਵ ਸੁੱਖ ਦਾ ਵੱਖਰਾ ਪੈਂਦਾ ਹੈ, ਦੁੱਖ ਦਾ ਵੱਖਰਾ ਪੈਂਦਾ ਹੈ। ਸੋ ਇਸ ਕਰਕੇ ਇਹ ਸੰਸਾਰ ਜਿਹੜਾ ਸਮੁੰਦਰ ਇਸ ਪ੍ਰਕਾਰ ਹੈ ਤੇ ਇਹਨੂੰ ਤਰਨਾ ਕਿਵੇਂ ਹੈ, ਔਰ ਇਹਦੇ ਨਾਲ ਨਾਲ ਜਿਹੜੀ ਮਾਇਆ ਹੈ ਇਹਦੇ ਤੋਂ ਪ੍ਰਭਾਵ ਤੋਂ ਛੁੱਟਣਾ ਕਿਵੇਂ ਹੈ। ਆਪਾਂ ਸ਼ਬਦ ਸਰਵਣ ਕੀਤਾ ਹੈ, ਜਿਸ ਦੇ ਅੰਦਰ ਉਹ ਜਿਗਿਆਸੂ ਮੁਖ ਦੁਆਰਾ ਬਚਨ ਕਰਦੇ ਹਨ ਕਿ ਗ੍ਰਹਿਓ ਤਜ ਬਨਖੰਡ ਜਾਈਐ, ਚੁਨ ਖਾਈਐ ਕੰਦਾ, ਅਜਹੂ ਵਿਕਾਰ ਨ ਛੋਡਈ, ਪਾਪੀ ਮਨ ਮੰਦਾ। ਉਹ ਜਿਗਿਆਸੂ ਕਹਿੰਦਾ ਕਿ ਭਗਤ ਜੀ ਮੈਂ ਤੇ ਘਰ-ਬਾਰ ਵੀ ਛੱਡ ਦਿੱਤਾ, ਜੰਗਲਾਂ ਦੇ ਵਿੱਚ ਵੀ ਮੈਂ ਚਲਿਆ ਗਿਆ, ਉੱਥੋਂ ਜਾ ਕੇ ਪੱਤੇ ਫਲ ਵੀ ਖਾ ਲਏ ਕਿ ਸੰਸਾਰ ਦੇ ਪਦਾਰਥ ਹੀ ਛੱਡ ਦਈਏ, ਸੰਸਾਰ ਹੀ ਛੱਡ ਦਈਏ, ਪਰ ਫਿਰ ਵੀ ਮਨ ਜਿਹੜਾ ਹੈ ਵਿਕਾਰ ਨਹੀਂ ਛੱਡਦਾ। ਮਨ ਦੇ ਵਿੱਚ ਜਿਹੜੇ ਵਿਕਾਰਾਂ ਦੇ ਫੁਰਨੇ ਆ ਉਹ ਬੰਦ ਨਹੀਂ ਹੁੰਦੇ। ਸਤਿਗੁਰੂ ਜੀ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹੈ ਕਿ ਏਦਾਂ ਸੰਸਾਰ ਤੋਂ ਭੱਜ ਕੇ, ਸੰਸਾਰ ਦੇ ਕਾਰਜਾਂ ਤੋਂ ਲਾਂਭੇ ਹੋ ਕੇ, ਜੇ ਆਪਾਂ ਚਾਹੀਏ ਵੀ ਮਨ ਦੇ ਉੱਤੇ ਕੋਈ ਅਸਰ ਪਏਗਾ, ਮਨ ਵਿਕਾਰ ਛੱਡ ਜਾਏਗਾ, ਤੇ ਨਹੀਂ, ਕਿਉਂਕਿ ਉਹ ਹਠ ਯੋਗ ਦਾ ਮਾਰਗ ਹੈ। ਗੁਰਮਤਿ ਜਿਹੜੀ ਸਹਿਜ ਯੋਗ ਹੈ, ਸਹਿਜ ਸਹਿਜ ਗੁਣ ਰਵੈ ਕਬੀਰਾ। ਗੁਰਮਤਿ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਅਭਿਆਸ, ਗੁਰੂ ਅੱਗੇ ਅਰਦਾਸਾਂ ਬੇਨਤੀਆਂ,
ਇਹ ਜਦੋਂ ਆਪਾਂ ਕਰਦੇ ਹਾਂ ਤੇ ਇਹਨਾਂ ਦੇ ਨਾਲ ਹੀ ਸਾਡੇ ਮਨ ਦੇ ਉੱਤੋਂ ਮਾਇਆ ਜਿਹੜੀ ਹੈ ਉਹਦੀ ਮਲੀਨਤਾ ਦੂਰ ਹੁੰਦੀ ਹੈ, ਮਨ ਜਿਹੜਾ ਸ਼ੁੱਧ ਹੁੰਦਾ ਹੈ। ਮਨ ਨੂੰ ਸ਼ੁੱਧ ਕਰਨ ਵਾਸਤੇ ਗੁਰਬਾਣੀ ਦਾ ਪਾਠ ਕਰਨਾ ਜਾਂ ਸੁਣਨਾ, ਗੁਰੂ ਘਰ ਸੇਵਾ ਕਰਨੀ, ਇਸੇ ਪ੍ਰਕਾਰ ਸਿਮਰਨ ਕਰਨਾ, ਇਹ ਗੁਰੂ ਘਰ ਦੇ ਅੰਦਰ ਪ੍ਰਵਾਨਿਕ ਹੈ। ਇਹਦੇ ਨਾਲ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਮਾਰਗ ਦੱਸਿਆ ਹੈ ਕਿ ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਹਿਬੋ, ਹਵੈਬੋ ਤ੍ਰਿਗੁਣ ਅਤੀਤ। ਇਸ ਪ੍ਰਕਾਰ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ, ਜਿਸ ਦਾ ਆਪਾਂ ਹੁਣੇ ਹੁਣੇ ਕੀਰਤਨ ਸਰਵਣ ਕੀਤਾ ਹੈ, ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਇਹੀ ਮਾਰਗ ਦੱਸਿਆ ਹੈ ਕਿ ਗੁਰੂ ਅੱਗੇ, ਪਰਮੇਸ਼ਰ ਅੱਗੇ ਅਰਦਾਸਾਂ ਬੇਨਤੀਆਂ ਕਰੀ। ਰਾਖ ਰਾਖ ਮੇਰੇ ਬੀਠਲਾ, ਜਨ ਸਰਣ ਤੁਮਾਰੀ। ਕਿਉਂਕਿ ਪਰਮੇਸ਼ਰ ਦੀ ਸ਼ਰਨ, ਗੁਰੂ ਦੀ ਸ਼ਰਨ ਸਭ ਤੋਂ ਵੱਡੀ ਹੈ। ਸ਼ਰਨ ਤੋਂ ਭਾਵ ਕੀ ਹੈ ਕਿ ਜਿਵੇਂ ਆਪਾਂ ਗੁਰੂ ਦਰਬਾਰ ਦੇ ਵਿੱਚ ਆਉਨੇ ਆ, ਹੁਣ ਆਪਾਂ ਗੁਰੂ ਦਰਬਾਰ ਦੇ ਵਿੱਚ ਬੈਠੇ ਹਾਂ, ਹੁਣ ਸਾਡੇ ਮਨ ਦੀ ਜਿਹੜੀ ਅਵਸਥਾ ਹੈ ਕਿ ਅਸੀਂ ਗੁਰਬਾਣੀ ਨੂੰ ਸਰਵਣ ਕਰ ਰਹੇ ਹਾਂ, ਕੀਰਤਨ ਰੂਪ ਦੇ ਵਿੱਚ, ਪਾਠ ਰੂਪ ਦੇ ਵਿੱਚ, ਕਥਾ ਰੂਪ ਦੇ ਵਿੱਚ, ਜਿਹੜੀ ਸਾਡੇ ਮਨ ਦੀ ਹੁਣ ਅਵਸਥਾ ਹੈ, ਇਹ ਅਵਸਥਾ ਹਰ ਸਮੇਂ ਬਣੀ ਰਵੇ ਤੇ ਉਹ ਹੈ ਗੁਰੂ ਦੀ ਸ਼ਰਨ ਪੈ ਜਾਣਾ। ਜਿੱਥੇ ਵੀ ਜਾਈਏ, ਦਰਬਾਰ ਤੋਂ ਬਾਹਰ ਜਾਈਏ, ਕੰਮ ਕਾਰ ਕਰਨ ਦੇ ਵਿੱਚ, ਉੱਥੇ ਵੀ ਮਨ ਦੀ ਇਹੀ ਅਵਸਥਾ ਬਣੀ ਰਵੇ ਜੋ ਗੁਰੂ ਦਰਬਾਰ ਦੇ ਅੰਦਰ ਹੈ, ਤੇ ਉਹ ਹੈ ਗੁਰੂ ਦੀ ਸ਼ਰਨ ਪੈਣਾ। ਤੇ ਜਿਹੜਾ ਗੁਰੂ ਦੀ ਸ਼ਰਨ ਪੈ ਜਾਏ, ਉਹਦੀ ਲੱਜਿਆ ਫਿਰ ਪਰਮੇਸ਼ਰ ਵਾਹਿਗੁਰੂ ਗੁਰੂ ਸਾਹਿਬਾਨ ਆਪ ਰੱਖਦੇ ਹੈ। ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਸ ਕਰਕੇ ਆਪਾਂ ਸਾਰੇ ਗੁਰੂ ਦੀ ਸ਼ਰਨ ਦੇ ਵਿੱਚ ਪਈਏ। ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਹੀ ਇਸ ਸੰਸਾਰ ਤੋਂ ਤਰਿਆ ਜਾ ਸਕਦਾ ਹੈ। ਸੋ ਇੰਨੇ ਕੀ ਸਮੇਂ ਦੇ ਵਿੱਚ ਆਪਾਂ ਇਹ ਪਾਵਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਰਲ ਮਿਲ ਕੇ ਸਾਂਝਿਆਂ ਕੀਤੀ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਸੰਗਤ ਨੇ ਖਿਮਾ ਕਰਨੀਆਂ। ਸ਼ਬਦ ਗੁਰੂ ਕਾ ਜਾਣ ਕੇ, ਸਿਧਾਂਤ ਗੁਰੂ ਕਾ ਜਾਣ ਕੇ, ਸਿੱਖਿਆ ਗੁਰੂ ਕੀ ਜਾਣ ਕੇ ਹਿਰਦੇ 'ਚ ਵਸਾਈਏ, ਜਿਸ ਕਰਕੇ ਆਪਣਾ ਸਭ ਦਾ ਹੀ ਪੜ੍ਹਨ ਸੁਣਨ ਵਾਲਿਆਂ ਦਾ ਇਹ ਸਮਾਂ ਸਫਲਾ ਹੋ ਸਕੇ। ਸੋ ਹੁਣ ਆਨੰਦ ਸਾਹਿਬ ਜੀ ਦੇ ਜਾਪ 6 ਪੌੜੀਆਂ ਦੇ ਹੋਣਗੇ। ਉਸ ਤੋਂ ਉਪਰੰਤ ਅਰਦਾਸ